ਮਨਪ੍ਰੀਤ ਜੀ, ਹੁਣ ਵਿਜੀਲੈਂਸ ਬਿਊਰੋ ਨੇ ਏਆਈਜੀ ਰਾਜਜੀਤ ਸਿੰਘ ਹੁੰਦਲ ਦੇ ਖਿਲਾਫ ਕਾਰਵਾਈ ਸ਼ੁਰੂ ਕਰਤੀ ਹੈ ਜੀ। ਬਿਲਕੁਲ, ਤੁਸੀਂ ਦੇਖੋ ਏਆਈਜੀ ਰਾਜਜੀਤ ਸਿੰਘ ਜਿਹੜੇ 4 ਜ਼ਿਲ੍ਹਿਆਂ ਦੇ ਵਿੱਚ ਬੜੇ ਪ੍ਰੋਮੀਨੈਂਟ ਜ਼ਿਲ੍ਹੇ ਸੀ, ਸਾਰੇ ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਐਸਐਸਪੀ ਰਹੇ ਨੇ, ਜ਼ਿਲ੍ਹੇ ਦੀ ਪੁਲਿਸ ਮੁਖੀ ਹੁੰਦੇ ਨੇ। ਇਸ ਦੌਰਾਨ ਉਹ ਵਿਜੀਲੈਂਸ ਬਿਊਰੋ 'ਚ ਵੀ ਰਹੇ ਨੇ। ਔਰ ਵਾਸੂ ਜੀ, ਇੱਕ ਚੀਜ਼ ਹੋਰ ਦੇਖੋ, ਇਸੇ ਸਮੇਂ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ, ਪ੍ਰਾਪਰਟੀਆਂ ਦਾ ਖੁਲਾਸਾ ਵੀ ਹੋ ਗਿਆ। ਔਰ ਜਿਹੜੀਆਂ ਐਸਆਈਟੀ ਦੀਆਂ ਰਿਪੋਰਟਸ ਆਈਆਂ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਦੀਆਂ, ਉਹਦੇ ਵਿੱਚ ਵੀ ਕਿੰਨੀ ਕੁ ਪ੍ਰਾਪਰਟੀ ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਖਰੀਦੀ ਹੈ, ਚਾਹੇ ਉਹ ਪ੍ਰੋਮੀਨੈਂਟ ਰੈਜ਼ੀਡੈਂਸ਼ੀਅਲ ਪਲਾਟਸ ਹੋਣ, ਇੰਡਸਟਰੀਅਲ ਪਲਾਟਸ ਹੋਣ, ਤੇ ਇਸ ਤੋਂ ਇਲਾਵਾ ਵੇਚੀ ਕਿੰਨੀ ਹੈ। ਇਹ ਸਾਰਾ ਜਦੋਂ ਖੁਲਾਸਾ ਹੋ ਗਿਆ, ਹੁਣ ਸਰਕਾਰ ਨੇ ਚਿੱਠੀ ਦੇ ਦਿੱਤੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੂੰ, ਤਾਂ ਕਿ ਰਾਜਜੀਤ ਸਿੰਘ ਦੇ ਖਿਲਾਫ, ਜਿਨ੍ਹਾਂ ਨੂੰ ਡਿਸਮਿਸ ਕਰਤਾ, ਬਰਖਾਸਤ ਕਰਤਾ, ਉਹਨਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਦੀ ਜਾਂਚ ਸ਼ੁਰੂ ਹੋ ਸਕੇ। ਫਰਮਾਇਸ਼ਾਂ ਹੋਣਗੀਆਂ, ਉਹਨਾਂ ਦੇ ਘਰ ਦੀਆਂ ਜਾਂ ਆਸੇ-ਪਾਸੇ ਵਾਲੀਆਂ ਪ੍ਰਾਪਰਟੀਆਂ ਨਾਪੀਆਂ ਜਾਣਗੀਆਂ। ਇਹ ਵੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਕਈ ਤੋਹਫੇ ਮਿਲੇ ਨੇ, ਇਹ ਸਾਰਾ ਕੁਝ। ਸੋ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਕਦੋਂ ਤੱਕ ਮੁਕੰਮਲ ਹੋਏਗੀ, ਕੀ ਤੱਥ ਸਾਹਮਣੇ ਆਉਣਗੇ, ਇਸ ਤੇ ਆਪਣੀ ਸਾਰਿਆਂ ਦੀ ਨਜ਼ਰ ਜ਼ਰੂਰ ਰਹੇਗੀ। ਜੀ ਵਾਸੂ ਜੀ। ਮਨਪ੍ਰੀਤ ਜੀ, ਵਿਜੀਲੈਂਸ ਵਾਲੇ ਬੜੇ ਐਕਟਿਵ ਹੋਏ ਨੇ। ਉਹਨਾਂ ਨੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਤਲਬ ਕੀਤਾ ਪੁੱਛਗਿੱਛ ਲਈ। ਬਿਲਕੁਲ, ਤੁਸੀਂ ਦੇਖੋ ਬਲਬੀਰ ਸਿੰਘ ਸਿੱਧੂ ਅੱਜ ਕੱਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ। ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀ, ਸਾਬਕਾ ਕੈਬਨਿਟ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ। ਇਹਨਾਂ ਤੇ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਇਲਜ਼ਾਮ ਲੱਗੇ ਸੀ। ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਇਹ ਤੀਸਰੇ ਭਾਰਤੀ ਜਨਤਾ ਪਾਰਟੀ ਦੇ ਉਹ ਲੀਡਰ ਨੇ ਜਿਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁਲਾਇਆ 21 ਅਪ੍ਰੈਲ ਨੂੰ। ਇਸ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ, ਉਹ ਵੀ ਕਾਂਗਰਸ ਸੀ, ਅੱਜ ਕੱਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ। ਔਰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ, ਉਹ ਵੀ ਅੱਜ ਕੱਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ। ਜੇ ਇਹਨਾਂ ਨੂੰ ਇਹ ਮੁਗਾਲਤੇ ਸੀ ਜਾਂ ਕੋਈ ਗਲਤਫਹਿਮੀ ਸੀ ਕਿ ਕਾਂਗਰਸ ਛੱਡ ਕੇ ਸਾਨੂੰ ਬੀਜੇਪੀ ਚਲੇ ਜਾਵਾਂਗੇ ਤੇ ਸ਼ਾਇਦ ਸਾਡੀ ਜਾਨ ਬਚ ਜਾਏਗੀ ਕਿਸੇ ਜਾਂਚ ਏਜੰਸੀ ਤੋਂ, ਉਹ ਹੋਇਆ ਨਹੀਂ। ਹੁਣ ਬਲਬੀਰ ਸਿੰਘ ਸਿੱਧੂ ਨੂੰ 21 ਅਪ੍ਰੈਲ ਨੂੰ, ਔਰ ਕੱਲੇ ਬਲਬੀਰ ਸਿੰਘ ਸਿੱਧੂ ਨੂੰ ਨਹੀਂ ਬੁਲਾਇਆ ਗਿਆ ਵਾਸੂ ਜੀ, ਉਹਨਾਂ ਦੇ ਭਰਾ ਨੇ, ਮੋਹਾਲੀ ਦੇ ਮੇਅਰ ਨੇ, ਅਮਰਜੀਤ ਸਿੰਘ ਜੀਤਾ ਵੀ ਉਹਨਾਂ ਨੂੰ ਕਹਿ ਦਿੰਦੇ ਆ, ਉਹਨਾਂ ਨੂੰ ਵੀ ਬੁਲਾਇਆ ਗਿਆ। ਔਰ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ, ਬਰਨਾਲਾ, ਬਠਿੰਡਾ, ਕਈ ਜਗ੍ਹਾ ਤੇ ਦੱਸੀਆਂ ਜਾ ਰਹੀਆਂ ਨੇ, ਚੰਡੀਗੜ੍ਹ ਦੇ ਵਿੱਚ ਵੀ, ਇਹਨਾਂ ਸਾਰੀਆਂ ਪ੍ਰਾਪਰਟੀਆਂ ਦੀ ਹੁਣ ਜਾਂਚ ਹੋਏਗੀ, ਇਹਨਾਂ ਦੇ ਬੈਂਕ ਅਕਾਊਂਟਸ ਦੀ ਵੀ ਜਾਂਚ ਹੋਏਗੀ। ਇਸੇ ਕਰਕੇ ਹੁਣ ਇਹਨਾਂ ਨੂੰ 21 ਅਪ੍ਰੈਲ ਨੂੰ ਬੁਲਾਇਆ। ਵੈਸੇ ਅਕਸਰ ਬਲਬੀਰ ਸਿੰਘ ਸਿੱਧੂ ਹੁਣਾਂ ਦਾ ਹਮੇਸ਼ਾ ਤੋਂ ਕਹਿਣਾ ਕਿ ਉਹ ਹਮੇਸ਼ਾ ਸਹਿਯੋਗ ਕਰਨ ਲਈ ਤਿਆਰ ਆ, ਪੂਰਾ ਸਹਿਯੋਗ ਕਰਨਗੇ, ਜੋ ਕੁਝ ਵੀ ਮੰਗਿਆ ਜਾਏਗਾ ਉਹ ਦੇਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਬਲਬੀਰ ਸਿੰਘ ਸਿੱਧੂ ਨੂੰ ਕਿ ਉਹ ਬਿਲਕੁਲ ਪਾਕ ਸਾਫ ਆ। ਇਹ ਕੇਵਲ ਇੱਕ ਤਰ੍ਹਾਂ ਦੀ ਵਿਚ ਹੰਟਿੰਗ ਆ ਜਾਂ ਵੈਂਡੇਟਾ ਪੋਲਿਟਿਕਸ ਹੈ। ਜੀ ਵਾਸੂ ਜੀ। ਮਨਪ੍ਰੀਤ ਜੀ, ਆਮ ਆਦਮੀ ਪਾਰਟੀ ਦੇ ਐਮਐਲਏ ਅਮਿਤ ਰਤਨ ਕੋਟ ਫੱਤਾ, ਇਹਨਾਂ ਦੇ ਉੱਤੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗੇ ਸੀ। ਤੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਵਿਜੀਲੈਂਸ ਵਾਲੇ ਬੜੇ ਐਕਟਿਵ ਹੋਏ ਨੇ, ਇਹਨਾਂ ਦੇ ਖਿਲਾਫ ਵੀ ਚਾਰਜ ਸ਼ੀਟ ਜਿਹੜੀ ਆ ਦਾਖਲ ਕਰਤੀ ਉਹਨਾਂ ਨੇ। ਬਿਲਕੁਲ, ਤੁਸੀਂ ਯਾਦ ਕਰੋ 16 ਫਰਵਰੀ ਨੂੰ ਕੇਸ ਦਰਜ ਹੋਇਆ ਸੀ। 22 ਫਰਵਰੀ ਨੂੰ ਅਮਿਤ ਰਤਨ ਕੋਟ ਫੱਤਾ, ਇਹ ਐਮਐਲਏ ਨੇ ਬਠਿੰਡਾ ਰੂਰਲ ਤੋਂ, ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ। ਪਹਿਲਾਂ ਲੱਗਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਆਪਣੇ ਐਮਐਲਏ ਨੂੰ ਬਚਾ ਲਏਗੀ, ਪਰ ਇਹਨਾਂ ਦੀ ਔਰ ਇਹਨਾਂ ਦੇ ਪੀਏ ਦੀ, ਇਹਨਾਂ ਦੋਨਾਂ ਦੀ, ਰਿਸ਼ਮ ਗਰਗ ਉਹਨਾਂ ਦਾ ਨਾਮ, ਉਹਨਾਂ ਦੋਨਾਂ ਦੀ ਗ੍ਰਿਫਤਾਰੀ ਹੋਈ ਸੀ। ਦਰਅਸਲ ਮਾਮਲਾ ਇਹ ਸੀ ਕਿ ਇਹਨਾਂ ਨੇ 25 ਲੱਖ ਰੁਪਏ ਦੀ ਗ੍ਰਾਂਟ ਦੇਣੀ ਸੀ। 25 ਲੱਖ ਦੀ ਗ੍ਰਾਂਟ ਦੇ ਵਿੱਚੋਂ ਇਹ 5 ਲੱਖ ਰੁਪਏ ਦਾ ਕੱਟ ਚਾਹੁੰਦੇ ਸੀ ਕਥਿਤ ਤੌਰ ਤੇ, ਜੋ ਇਹਨਾਂ ਤੇ ਇਲਜ਼ਾਮ ਨੇ। 4 ਲੱਖ ਰੁਪਇਆ ਇਹਨਾਂ ਨੂੰ ਦੇ ਦਿੱਤਾ ਗਿਆ ਸੀ। ਇਹ ਗੱਲ ਪੰਜਾਬ ਵਿਜੀਲੈਂਸ ਬਿਊਰੋ ਦੀ ਵੀ ਧਿਆਨ ਦੇ ਵਿੱਚ ਆਉਂਦੀ ਹੈ, ਸਰਕਾਰ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ। ਔਰ ਉਸ ਤੋਂ ਬਾਅਦ ਪਹਿਲਾਂ ਪੀਏ ਦੀ ਗ੍ਰਿਫਤਾਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਇਸ ਐਮਐਲਏ ਦੀ ਗ੍ਰਿਫਤਾਰੀ ਹੁੰਦੀ ਹੈ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ, ਇੱਕ ਛੋਟੀ ਜਿਹੀ ਜਾਣਕਾਰੀ ਆ ਕਿ ਇਹਨਾਂ ਐਮਐਲਏ ਦੇ ਜਿਹੜੇ ਪਤਨੀ ਨੇ ਉਹ ਆਈਪੀਐਸ ਆਫੀਸਰ ਨੇ, ਡੀਆਈਜੀ ਨੇ, ਇਸ ਟਾਈਮ ਮਿਨੋਰਿਟੀ ਕਮਿਸ਼ਨ ਦੇ ਵਿੱਚ ਉੱਥੇ ਪੋਸਟਡ ਨੇ। ਐਨੀਵੇ, ਇਹ ਇੱਕ ਵੱਖਰੀ ਗੱਲ। ਪਰ ਹੁਣ ਇਹਨਾਂ ਦਾ ਚਲਾਨ ਜਿਹੜਾ ਉਹ ਬਠਿੰਡਾ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਪੇਸ਼ ਕਰਤਾ, ਔਰ ਚਲਾਨ ਦੇ ਵਿੱਚ तमाम ਤਰ੍ਹਾਂ ਦੇ ਇਹ ਇਲਜ਼ਾਮ ਲਾਏ ਨੇ। ਦੇਖਣਾ ਇਹ ਹੋਏਗਾ ਕਿ ਜਿਹੜਾ ਚਲਾਨ ਜਾਂ ਜਿਹਨੂੰ ਅਸੀਂ ਚਾਰਜ ਸ਼ੀਟ ਵੀ ਕਹਿ ਦਿੰਦੇ ਆ, ਉਹ ਸਾਰੇ ਚਾਰਜਿਸ ਅਦਾਲਤ ਦੇ ਵਿੱਚ ਖੜਨਗੇ, ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ, ਵਿਜੀਲੈਂਸ ਬਿਊਰੋ ਦਾ ਕੇਸ ਪੁਖਤਾ ਰਹੇਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜਿਹੜੀ ਅਸੀਂ ਹੁਣ ਸਾਰੀਆਂ ਖਬਰਾਂ ਜਿਹੜੀਆਂ ਨੇ ਵਿਜੀਲੈਂਸ ਬਿਊਰੋ ਬਾਰੇ ਹੀ ਨੇ, ਤੇ ਹੁਣ ਇਹ ਵੀ ਪਤਾ ਲੱਗ ਰਿਹਾ ਕਿ ਪੰਜਾਬ ਦੇ ਚੀਫ ਸੈਕਟਰੀ ਵੀਕੇ ਜੰਜੂਆ, ਉਹਨਾਂ ਨੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਕੋਈ ਅੜੰਗਾ ਨਹੀਂ ਆਉਣਾ ਚਾਹੀਦਾ, ਕੋਈ ਅੜਿੱਕਾ ਨਹੀਂ ਪੈਣਾ ਚਾਹੀਦਾ, ਵੀ ਜਿਹੜੀਆਂ ਵੀ ਕੋਈ ਫਾਈਲਸ ਪੈਂਡਿੰਗ ਪਈਆਂ ਨੇ ਸਾਰੀਆਂ ਕਲੀਅਰ ਕਰੋ। ਬਿਲਕੁਲ, ਤੁਸੀਂ ਇੱਕ ਚੀਜ਼ ਦੇਖੋ ਵਾਸੂ ਜੀ, ਤੁਸੀਂ ਇੱਕ ਬੜੀ ਇੰਟਰਸਟਿੰਗ ਦਿਲਚਸਪ ਸਵਾਲ ਪੁੱਛਿਆ ਕਿ ਸਾਰਾ ਕੁਝ ਅਸੀਂ ਵਿਜੀਲੈਂਸ ਬਾਰੇ ਗੱਲ ਕਰ ਰਹੇ ਹਾਂ। ਦਰਅਸਲ ਇਹ ਸਰਕਾਰ ਜਦੋਂ ਆਉਂਦੀ ਹੈ 1 ਸਾਲ ਪਹਿਲਾਂ, ਇਹ ਮੈਂਡੇਟ ਹੀ ਇਹਨਾਂ ਦਾ ਮੇਨ ਇਹ ਸੀ
ਇਹ ਆਈ ਇਸ ਮੁੱਦੇ ਤੇ ਸੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ। ਜੀ ਕੱਲ ਸੁੰਦਰ ਸ਼ਾਮ ਅਰੋੜਾ ਦੀਆਂ ਜਾਇਦਾਦਾਂ ਦੀ ਪਮੈਸ਼ ਕਰਨ ਵੀ ਗਏ ਨੇ ਕਮਰਸ਼ੀਅਲ ਪ੍ਰਾਪਰਟੀਜ਼ ਹੁਸ਼ਿਆਰਪੁਰ। ਹਾਲਾਂਕਿ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਨੇ, ਪਰ ਫਿਰ ਵੀ ਵਿਜੀਲੈਂਸ ਬਿਊਰੋ ਪਿੱਛੇ ਪਹੁੰਚ ਗਈ ਹੈ। ਇੱਕ ਚੀਜ਼ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ, ਇਸ ਤੋਂ ਬਾਅਦ ਵੀਕੇ ਜੰਜੂਆ ਤੇ ਆਉਂਦੇ ਆ। ਭਾਰਤਿੰਦਰ ਸਿੰਘ ਚਾਲ, ਜਿਨ੍ਹਾਂ ਨੂੰ 18 ਅਪ੍ਰੈਲ ਨੂੰ ਬੁਲਾਇਆ ਗਿਆ ਸੀ ਔਰ 7-8 ਵਾਰੀ ਬੁਲਾ ਲਿਆ ਗਿਆ ਸੀ, ਉਹ ਵੈਸੇ ਪਹੁੰਚੇ ਤਾਂ ਨਹੀਂ ਕੱਲ, ਪਰ ਜਦੋਂ ਮੇਰੀ ਕੁਝ ਅਧਿਕਾਰੀਆਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਜੀ ਭਾਰਤਿੰਦਰ ਸਿੰਘ ਚਾਲ ਨੇ ਸਾਨੂੰ ਅਪਰੋਚ ਕੀਤਾ, ਆਪ ਆਏ ਵੀ। ਅਚਾਨਕ ਆਉਂਦੇ ਨੇ, ਕਿਉਂਕਿ ਜਿਸ ਦਿਨ ਸਮਾਂ ਹੁੰਦਾ ਉਸ ਦਿਨ ਨਹੀਂ ਆਉਂਦੇ। ਉਹਨਾਂ ਨੂੰ ਪਤਾ ਕਿ ਉਸ ਦਿਨ ਪੂਰੀ ਮੀਡੀਆ ਇਕੱਠਾ ਹੋਇਆ ਹੋਏਗਾ। ਉਹਨਾਂ ਨੇ ਆ ਕੇ ਵਿਜੀਲੈਂਸ ਬਿਊਰੋ ਨੂੰ ਭਾਰਤਿੰਦਰ ਸਿੰਘ ਚਾਲ ਨੇ ਕਿਹਾ ਕਿ ਮੈਂ ਜਿੱਥੇ ਮੇਰੇ ਬੈਂਕ ਅਕਾਊਂਟ ਸੀ, ਕੋਈ ਅਮਰੀਕਨ ਬੈਂਕ ਆ, ਉਹ ਬੈਂਕ ਹੀ ਕਹਿੰਦੇ ਬੰਦ ਹੋ ਗਏ ਆ, ਜਾਂ ਕਹਿੰਦੇ ਮੈਨੂੰ ਥੋੜਾ ਸਮਾਂ ਦਿਓ, ਮੈਂ ਡਿਟੇਲਸ ਲਿਆ ਕੇ ਦਊਂਗਾ। ਇਹ ਗੱਲਾਂ ਉਹਨਾਂ ਨੇ ਕਹੀਆਂ। ਸੋ ਵਿਜੀਲੈਂਸ ਬਿਊਰੋ ਐਕਟਿਵ ਹੋਈ ਹੋਈ ਆ। ਦੂਸਰੇ ਪਾਸੇ ਵਿਜੀਲੈਂਸ ਬਿਊਰੋ 100 ਤੋਂ ਵੀ ਵੱਧ ਇਸ ਤਰ੍ਹਾਂ ਦੀਆਂ ਪ੍ਰਵਾਨਗੀਆਂ ਮੰਗ ਰਹੀਆਂ। ਵਾਸੂ ਜੀ, ਦਰਅਸਲ ਹੁੰਦਾ ਕੀ ਆ, ਇਹ ਮੈਂ ਥੋੜਾ ਜਿਹਾ ਦੱਸਦਾ ਕਿਉਂਕਿ ਹੈ ਬੜਾ ਇੰਟਰਸਟਿੰਗ ਆ। ਜਦੋਂ ਵੀ ਤੁਸੀਂ ਕਿਸੇ ਕੈਬਨਿਟ ਮੰਤਰੀ, ਕਿਸੇ ਸਰਕਾਰੀ ਅਫਸਰ, ਕਰਮਚਾਰੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਦੇ ਹੋ, ਦੋ ਤਰ੍ਹਾਂ ਦੀ। ਇੱਕ ਹੁੰਦੀ ਹੈ ਇਨਵੈਸਟੀਗੇਸ਼ਨ, ਜਦੋਂ ਆਪਾਂ ਜਾਂਚ ਸ਼ੁਰੂ ਕਰਦੇ ਆ। ਇੱਕ ਹੁੰਦੀ ਹੈ ਉਹਦੀ ਪ੍ਰੋਸੀਕਿਊਸ਼ਨ ਨੂੰ ਲੈ ਕੇ ਕਿ ਉਹਨੂੰ ਸਜ਼ਾ ਕਿਸ ਤਰ੍ਹਾਂ ਦੀ ਮਿਲੇ। ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਆ ਜਿਹੜਾ, ਇਹਦੇ ਵਿੱਚ 2 ਧਾਰਾਵਾਂ ਨੇ, ਇੱਕ ਹੈ 17A ਤੇ ਇੱਕ ਹੈ 19। ਇਹਨਾਂ ਦੇ ਅਧੀਨ ਵਿਜੀਲੈਂਸ ਬਿਊਰੋ ਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ, ਪ੍ਰਵਾਨਗੀ ਲੈਣੀ ਪੈਂਦੀ ਆ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ 100 ਤੋਂ ਵੀ ਵੱਧ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਇਸ ਟਾਈਮ ਵੱਖਰੇ ਵੱਖਰੇ ਵਿਭਾਗਾਂ ਦੇ ਅਫਸਰਾਂ ਕੋਲੇ ਪਏ ਹੋਏ ਨੇ। ਉਹ ਉਹਨਾਂ ਦੇ ਵਿੱਚ ਪ੍ਰਵਾਨਗੀ ਨਹੀਂ ਦੇ ਰਹੇ। ਅੱਛਾ, ਉਹਦੇ ਵਿੱਚ ਇਹ ਵੀ ਹੁੰਦਾ, ਚਾਹੇ ਤੁਸੀਂ ਨਾ ਕਰ ਦੋ, ਚਾਹੇ ਹਾਂ ਕਰ ਦੋ, ਘੱਟੋ ਘੱਟ ਕੋਈ ਡਿਸੀਜਨ ਤਾਂ ਲਓ। ਇਹ ਡਿਸੀਜਨ ਹੀ ਨਹੀਂ ਲੈ ਰਹੇ। ਅਸਲ ਗੱਲ ਇਹ ਆ ਕਿ ਇਹ ਆਪਣੇ ਕੁਲੀਗਸ ਨੂੰ ਬਚਾਉਣਾ ਚਾਹੁੰਦੇ ਹੁੰਦੇ ਆ। ਹਰ ਕੋਈ IAS ਆਫੀਸਰ, ਹਰ ਕੋਈ PCS ਆਫੀਸਰ। ਸੋ ਹੁਣ ਦੇਖਦੇ ਸਿਰਫ 14 ਪ੍ਰਵਾਨਗੀਆਂ ਹੋਈਆਂ ਨੇ ਤੇ 100 ਤੋਂ ਵੱਧ ਪਈਆਂ, ਤੇ ਵਿਜੀਲੈਂਸ ਬਿਊਰੋ ਅੱਗੇ ਕਿੱਦਾਂ ਵਧੇਗਾ ਜੀ। ਵਾਸੂ ਮਨਪ੍ਰੀਤ ਜੀ, ਕੇਂਦਰ ਸਰਕਾਰ ਵੱਲੋਂ ਕਣਕ ਦੀ ਕੀਮਤ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ, ਉਹਦੇ ਵਿਰੋਧ ਵਿੱਚ ਹੁਣ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲ ਪਟਰੀਆਂ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਬਿਲਕੁਲ, ਤੁਸੀਂ ਯਾਦ ਕਰੋ ਵਾਸੂ ਜੀ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਧਰਨੇ ਪ੍ਰਦਰਸ਼ਨ ਲਾਏ ਸੀ, ਦਿੱਲੀ ਦੀ ਬਾਰਡਰਸ ਤੇ ਪਹੁੰਚ ਗਏ ਸੀ, 1 ਸਾਲ ਤੋਂ ਵੀ ਵੱਧ ਸਮਾਂ ਬੈਠੇ ਸੀ ਔਰ 3 ਖੇਤੀ ਕਾਨੂੰਨ ਵਾਪਸ ਕਰਵਾਏ ਸੀ। ਔਰ ਮੰਗਾ ਸੀ ਕਿ ਸਾਨੂੰ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਆ, ਜਿਹਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ, ਜਾਂ ਹੋਰ ਵੀ ਮੰਗਾ ਸੀ, ਉਹ ਜ਼ਰੂਰ ਮਿਲੇ। ਔਰ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਸੀ, ਤੁਹਾਨੂੰ ਯਾਦ ਹੋਣਾ, ਕਿ ਸੰਨ 2022 ਤੱਕ ਅਸੀਂ ਸਾਰੇ ਕਿਸਾਨਾਂ ਦੀਆਂ, ਪੂਰੇ ਭਾਰਤ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਆਮਦਨਾਂ ਹੋਣਗੀਆਂ, ਉਹਨਾਂ ਦੀ ਇਨਕਮ ਹੋਏਗੀ, ਉਹ ਅਸੀਂ ਦੁੱਗਣੀ ਕਰ ਦਾਂਗੇ। ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ। ਔਰ ਦੂਸਰਾ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮੌਸਮ ਦੀ ਮਾਰ ਪੈ ਗਈ, ਕਿਸ ਤਰ੍ਹਾਂ ਗੜੇ ਪਏ, ਮੀਂਹ ਪਏ, ਇਸ ਕਰਕੇ ਫਸਲਾਂ ਖਰਾਬ ਹੋ ਗਈਆਂ। ਔਰ ਤੀਸਰੀ ਇਹ ਗੱਲ ਹੋਈ ਕਿ ਕੇਂਦਰ ਸਰਕਾਰ ਦਾ ਇੱਕ ਫਰਮਾਨ ਆ ਗਿਆ, ਕਿਉਂਕਿ ਕੇਂਦਰ ਸਰਕਾਰ ਦੀਆਂ ਏਜੰਸੀਜ਼ ਕਣਕ ਦੀ ਖਰੀਦ ਕਰਦੀਆਂ ਨੇ। ਉਹਨਾਂ ਨੇ ਇਹ ਕਹਿਤਾ ਕਿ ਜੇ 6% ਤੋਂ ਵੱਧ ਨਮੀ ਹੋਏਗੀ ਤੇ ਅਸੀਂ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਣਕ ਜਿਹੜੀ ਖਰੀਦਾਂਗੇ ਉਹਦੇ ਵਿੱਚ ਕਟੌਤੀ ਕਰਾਂਗੇ। 5.5-6 ਰੁਪਏ ਤੋਂ ਲੈ ਕੇ 31-32 ਰੁਪਏ ਤੱਕ ਦਾ ਇਹ ਇੱਕ ਨੁਕਸਾਨ ਸੀ ਕਿਸਾਨ ਨੂੰ। ਸੋ ਇਸ ਕਰਕੇ ਇਹ ਧਰਨੇ ਪ੍ਰਦਰਸ਼ਨ, ਜਾਂ ਕੱਲ ਰੇਲਵੇ ਟਰੈਕਸ ਤੇ ਵੀ ਕਿਸਾਨ ਬੈਠੇ ਨੇ, ਉਹਨਾਂ ਨੇ ਰੇਲਾਂ ਵੀ ਰੋਕੀਆਂ ਨੇ। ਸੋ ਕਾਫੀ ਦੇਰ ਬਾਅਦ ਜਿਹੜਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਗਤੀਵਿਧੀ ਦੇਖੀ ਜਾ ਰਹੀ ਆ। ਪਰ ਇੱਕ ਗੱਲ ਜ਼ਰੂਰ ਆ ਕਿ ਚਾਹੇ ਜਿੰਨੇ ਧਰਨੇ ਪ੍ਰਦਰਸ਼ਨ ਹੋ ਜਾਣ, ਜੋ ਮਰਜ਼ੀ ਇਹਨਾਂ ਨੂੰ ਭਰੋਸੇ ਦਿੱਤੇ ਜਾਣ, ਪਰ ਕਿਸਾਨਾਂ ਦੀ ਜਿਹੜੀ ਸਥਿਤੀ ਆ ਉਹ ਲਗਾਤਾਰ ਉਸੇ ਤਰ੍ਹਾਂ। ਜੇ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਖੇਤੀ ਕਾਨੂੰਨ ਵਾਪਸ ਹੋ ਕੇ ਕੋਈ ਹਾਲਾਤਾਂ ਦੇ ਵਿੱਚ ਬਹੁਤ ਤਬਦੀਲੀ ਆ ਜਾਏਗੀ, ਉਹ ਇਸ ਤਰ੍ਹਾਂ ਦੀ ਤਬਦੀਲੀ ਕੋਈ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਇਹ ਧਰਨੇ ਪ੍ਰਦਰਸ਼ਨ ਲਾਉਣੇ ਪੈ ਰਹੇ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਪਿਛਲੇ ਦਿਨੀ ਇਹ ਖਬਰ ਆਈ ਸੀ ਕਿ ਕੈਨੇਡਾ ਦੀ ਇੱਕ ਯੂਨੀਵਰਸਿਟੀ ਹੈ, ਉਹਦੇ ਵਿੱਚ ਭਾਰਤ ਤੋਂ ਆਉਣ ਵਾਲੇ ਬਹੁਤ ਸਾਰੇ ਪ੍ਰੋਸਪੈਕਟਿਵ ਸਟੂਡੈਂਟਸ, ਉਹਨਾਂ ਦੇ ਵੱਲੋਂ ਫਰਜ਼ੀ ਕਾਗਜ਼ ਜਿਹੜੇ ਨੇ ਜਮ੍ਹਾਂ ਕਰਾ ਦਿੱਤੇ ਗਏ ਸੀ, ਉਸ ਆਧਾਰ ਤੇ ਐਡਮਿਸ਼ਨ ਵਗੈਰਾ ਹੋਈ ਸੀ। ਉਹ ਜਿਹੜੀਆਂ ਸਾਰੀਆਂ ਖਬਰਾਂ ਸੀ ਜਨਤਕ ਕੀਤੀਆਂ ਸੀ, ਉਹ ਸਾਂਝੀਆਂ ਕੀਤੀਆਂ ਆਪਣੇ ਲਿਸਨਰਸ ਦੇ ਨਾਲ। ਹੁਣ ਪਤਾ ਲੱਗ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਦਾ ਕੰਮ ਚੱਲ ਰਿਹਾ, ਤੇ ਜਿਹੜੇ ਭਾਰਤੀ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਵਿੱਚ ਅਪਲਾਈ ਕਰ ਰਹੇ ਨੇ, ਉਹਨਾਂ ਵੱਲੋਂ ਫਰਜ਼ੀ ਦਸਤਾਵੇਜ਼ ਜਿਹੜੇ ਨੇ ਉਹ ਦਾਖਲ ਕਰਾਏ ਜਾਂਦੇ ਨੇ। ਤੇ ਹੁਣ ਘੱਟੋ ਘੱਟ 5 ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਜਿਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣੀ ਬੰਦ ਕਰਤੀ ਹੈ। ਬਿਲਕੁਲ, ਤੁਸੀਂ ਇਹਦੀ ਦੇਖੋ, ਜਿਹੜੀ ਇਤਿਹਾਸ ਤੁਸੀਂ ਦੱਸ ਦਿੱਤਾ ਕਿ ਕਿਸ ਤਰ੍ਹਾਂ ਕਿ ਟੋਰਾਂਟੋ ਦੇ ਵਿੱਚ ਕਾਲਜ ਸੀ ਔਰ 700 ਤੋਂ ਵੀ ਵੱਧ ਵਿਦਿਆਰਥੀ ਸੀ ਜਿਹੜੇ, ਉਹਨਾਂ ਕੋਲੇ ਫੇਕ ਕਾਗਜ਼, ਯਾਨੀ ਕਿ ਜਿਹੜੇ ਜਾਲੀ ਡਾਕੂਮੈਂਟ ਸੀ, ਉਹ ਪਾਏ ਗਏ। ਉਹਨਾਂ ਦਾ ਇੱਥੋਂ ਤੱਕ ਹੋਇਆ ਕਿ ਇਹਨਾਂ ਨੂੰ ਹੁਣ ਡਿਪੋਰਟ ਕਰ ਦਿੱਤਾ ਜਾਵੇ ਜਾਂ ਵਾਪਸ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਦੇ ਮਾਮਲੇ ਤੁਸੀਂ ਦੇਖੋ ਵਾਸੂ ਜੀ, ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਪਾਏ ਜਾ ਰਹੇ ਨੇ। ਘੱਟੋ ਘੱਟ 5 ਯੂਨੀਵਰਸਿਟੀਜ਼ ਤਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੇ ਹੁਣ ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਪਾਬੰਦੀ ਲਾਤੀ ਆ ਕਿ ਅਸੀਂ ਉਹਨਾਂ ਨੂੰ ਦਾਖਲੇ ਨਹੀਂ ਦੇਣੀ, ਅਸੀਂ ਉਹਨਾਂ ਨੂੰ ਐਡਮਿਸ਼ਨ ਨਹੀਂ ਦੇਣੀ।
ਔਰ ਕੱਲੇ ਪੰਜਾਬ ਤੋਂ ਵਿਦਿਆਰਥੀ ਨਹੀਂ ਹੈ ਇਹ ਰਾਜਸਥਾਨ ਤੋਂ ਵੀ ਆ, ਇਹ ਹਰਿਆਣੇ ਤੋਂ ਵੀ ਆ, ਇਹ ਉੱਤਰ ਪ੍ਰਦੇਸ਼ ਤੋਂ ਵੀ ਆ, ਇਹ ਮੱਧ ਪ੍ਰਦੇਸ਼ ਤੋਂ ਵੀ ਆ। ਦਰਅਸਲ ਜਦੋਂ ਇਹਨਾਂ ਦੇ ਕਾਗਜ਼ ਆ ਜਾਂ ਇਹਨਾਂ ਦੇ ਦਸਤਾਵੇਜ਼ ਆ ਉਹ ਲਗਾਤਾਰ ਜਾਲੀ ਪਾਏ ਗਏ, ਇਸ ਕਰਕੇ ਇਹ ਯੂਨੀਵਰਸਿਟੀਜ਼ ਨੇ ਹਾਈ ਕਮਿਸ਼ਨਸ ਨੂੰ ਲਿਖਿਆ ਔਰ ਇਹ ਮਾਮਲਾ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੱਕ ਪਹੁੰਚਿਆ ਹੋਇਆ। ਗੱਲ ਦਰਅਸਲ ਇਹ ਹੋਈ ਆ ਵਾਸੂ ਜੀ ਕਿ ਯੂਨੀਵਰਸਿਟੀਜ਼ ਨੂੰ ਵੀ ਇਸ ਗੱਲ ਦਾ ਹੁਣ ਗਿਆਨ ਹੋਣ ਲੱਗ ਗਿਆ ਕਿ ਚਾਹੇ ਖਾਸ ਤੌਰ ਤੇ ਜਿਹੜੇ ਭਾਰਤੀ ਮੂਲ ਦੇ ਵਿਦਿਆਰਥੀ ਆਉਂਦੇ ਨੇ ਉਹ ਪੜ੍ਹਨ ਤਾਂ ਆਉਂਦੇ ਨਹੀਂ। ਆਪਾਂ ਨੂੰ ਇਹ ਵੀ ਸਾਰਿਆਂ ਨੂੰ ਪਤਾ ਕਿ ਚਾਹੇ ਆਸਟ੍ਰੇਲੀਅਨ ਯੂਨੀਵਰਸਿਟੀਜ਼ ਹੋਣ ਤੇ ਚਾਹੇ ਕੈਨੇਡੀਅਨ ਯੂਨੀਵਰਸਿਟੀਜ਼ ਹੋਣ, ਵਰਲਡ ਰੈਂਕਿੰਗ ਦੇ ਵਿੱਚ ਇਹਨਾਂ ਦਾ ਕੋਈ ਬਹੁਤ ਉੱਚਾ ਸਥਾਨ ਨਹੀਂ ਹੈ ਜਿਸ ਤਰ੍ਹਾਂ ਕਿ ਯੂਕੇ ਯੂਨੀਵਰਸਿਟੀਜ਼ ਦਾ ਜਾਂ US ਯੂਨੀਵਰਸਿਟੀਜ਼ ਦਾ ਹੈਗਾ। ਸੋ ਇਸ ਕਰਕੇ ਅਮੂਮਨ ਇਹ ਮੰਨਿਆ ਜਾਂਦਾ ਕਿ ਇਹ ਪੜ੍ਹਨ ਨਹੀਂ ਆਉਂਦੇ, ਇਹ ਇੱਥੇ ਸੈਟਲ ਹੋਣ ਆਉਂਦੇ ਨੇ, ਪਰਮਾਨੈਂਟ ਰੈਜ਼ੀਡੈਂਸੀ ਲੈਣ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਤੇ ਇੱਥੋਂ ਦੀ ਨਾਗਰਿਕਤਾ ਲੈਣ ਆਉਂਦੇ ਨੇ। ਸੋ ਉਹਨਾਂ ਨੇ ਕਿਹਾ ਕਿ ਅਸੀਂ ਕੇਵਲ ਉਹੀ ਵਿਦਿਆਰਥੀਆਂ ਨੂੰ ਲਵਾਂਗੇ ਜਿਨ੍ਹਾਂ ਦਾ ਸਾਨੂੰ ਲੱਗੇਗਾ ਕਿ ਵਾਕਿਆ ਪੜ੍ਹਾਈ ਕਰਨਾ ਚਾਹੁੰਦੇ। ਦੂਸਰੀ ਗੱਲ ਇਹ ਵੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੱਕ ਪਹੁੰਚੀ ਆ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਨੇ, ਜਿਹੜੇ ਉਹਨਾਂ ਨੂੰ ਆਵਰਸ ਮਿਲੇ ਹੁੰਦੇ ਨੇ ਉਸ ਤੋਂ ਵੱਧ ਕੰਮ ਕਰਦੇ ਨੇ। ਤੀਸਰੀ ਗੱਲ ਉਹ ਬਹੁਤ ਸਾਰੇ EMPLOYEES ਨੇ ਉਹਨਾਂ ਨੂੰ ਅੰਡਰਪੇ ਕਰਦੇ ਨੇ, ਪੂਰੀਆਂ ਵੇਜਸ ਨਹੀਂ ਦਿੰਦੇ। ਇਸ ਕਰਕੇ ਜਿਹੜੀ ਉੱਥੋਂ ਦੀ ਜੌਬ ਮਾਰਕੀਟ ਆ, ਉੱਥੋਂ ਦੀ ਵੇਜ ਮਾਰਕੀਟ ਆ ਉਹ ਖਰਾਬ ਹੁੰਦੀ ਆ। ਇਹ तमाम ਤਰ੍ਹਾਂ ਦੀਆਂ ਚੀਜ਼ਾਂ ਉੱਥੇ ਉੱਭਰੀਆਂ ਨੇ। ਇਸ ਕਰਕੇ 5 ਯੂਨੀਵਰਸਿਟੀਆਂ ਹੋਰ ਵੀ ਕਈ ਯੂਨੀਵਰਸਿਟੀਜ਼ ਨੇ, ਅੱਜ ਕਾਫੀ ਸਾਡੇ ਕੋਲ ਇਸ ਬਾਰੇ ਮੁਤਲਕ ਕੋਈ ਡਾਕੂਮੈਂਟਸ ਵੀ ਆਉਣਗੇ, ਉਹਨਾਂ ਨੇ ਵੀ ਇੱਕ ਤਰ੍ਹਾਂ ਦਾ ਫੈਸਲਾ ਕਰਨ ਦਾ ਜਿਹੜਾ ਇੱਕ ਫੈਸਲਾ ਲੈਣ ਦਾ ਜਿਹੜਾ ਉਹਨਾਂ ਨੇ ਕਰ ਲਿਆ, ਡਿਸੀਜਨ ਲੈ ਲਿਆ। ਸੋ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੰਨੀਆਂ ਯੂਨੀਵਰਸਿਟੀਜ਼ ਇਸ ਤਰ੍ਹਾਂ ਦੀਆਂ ਪਾਬੰਦੀ ਲਾਉਂਦੀਆਂ ਨੇ। ਪਰ ਇਹ ਮੈਨੂੰ ਲੱਗਦਾ ਜਿਹੜੇ ਜੈਨੂਇਨ ਵਿਦਿਆਰਥੀ ਨੇ, ਜਿਹੜੇ ਵਾਕਿਆ ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਲਈ ਕੋਈ ਬਹੁਤ ਜ਼ਿਆਦਾ ਚੰਗੀ ਖਬਰ ਨਹੀਂ ਹੈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਸਾਬਕਾ ਗਵਰਨਰ ਸਤਿਆਪਾਲ ਮਲਿਕ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਜੋ ਗੱਲ ਕਹੀ ਕਿ 2019 ਵਿੱਚ ਪੁਲਵਾਮਾ ਵਿੱਚ ਜੋ ਹਮਲਾ ਹੋਇਆ ਜਿਹਦੇ ਵਿੱਚ 40 ਜਵਾਨ ਮਾਰੇ ਗਏ, ਉਹ ਹਮਲਾ ਉਹਨਾਂ ਨੇ ਕਿਹਾ ਵੀ ਜੋ ਜਾਨਾਂ ਗਈਆਂ ਜਵਾਨਾਂ ਦੀਆਂ ਉਹ ਸਰਕਾਰ ਦੀ ਲਾਪਰਵਾਹੀ ਕਰਕੇ ਹੋਇਆ। ਉਸ ਤੋਂ ਬਾਅਦ ਹੁਣ ਕਾਂਗਰਸ ਵੱਲੋਂ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਵਾਈਟ ਪੇਪਰ ਦੀ। ਬਿਲਕੁਲ, ਤੁਸੀਂ ਦੇਖੋ ਜਦੋਂ ਤੋਂ ਸਤਿਆਪਾਲ ਮਲਿਕ ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਸੀ, ਜਿਸ ਵਕਤ ਇਹ 14 ਫਰਵਰੀ ਸਨ 2019 ਨੂੰ ਇਹ ਘਟਨਾ ਵਾਪਰਦੀ ਹੈ, 40 CRPF ਦੇ ਜਵਾਨ ਮਾਰੇ ਜਾਂਦੇ ਨੇ ਔਰ ਸਤਿਆਪਾਲ ਮਲਿਕ ਨੇ ਬਹੁਤ ਕਈ ਗੰਭੀਰ ਖੁਲਾਸੇ ਕੀਤੇ ਨੇ ਔਰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ CRPF ਨੇ ਹੋਮ ਮਿਨਿਸਟਰੀ ਤੋਂ, ਯੂਨੀਅਨ ਹੋਮ ਮਿਨਿਸਟਰੀ ਤੋਂ, ਉਹਨਾਂ ਦਿਨਾਂ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਸੀ ਉਹ ਰਾਜਨਾਥ ਸਿੰਘ ਸੀ, ਉਹਨਾਂ ਤੋਂ ਚੌਪਰ ਮੰਗੇ ਸੀ, 에ਅਰਕ੍ਰਾਫਟਸ ਮੰਗੇ ਸੀ ਕਿ ਅਸੀਂ ਇੰਨੇ ਸਾਰੇ ਵਿਅਕਤੀ, 1000 ਤੋਂ ਵੀ ਵੱਧ ਵਿਅਕਤੀ ਸੀ ਜਿਹੜੇ CRPF ਦੇ ਜਵਾਨ ਸੀ, ਉਹਨਾਂ ਨੂੰ ਸੜਕ ਦੇ ਰਾਸਤੇ ਨਹੀਂ ਭੇਜਿਆ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਾਨ ਖਤਰੇ 'ਚ ਹੋ ਸਕਦੀ ਹੈ। 에ਅਰਕ੍ਰਾਫਟ ਨਹੀਂ ਦਿੱਤੇ ਗਏ, 5 에ਅਰਕ੍ਰਾਫਟ ਮੰਗੇ ਸੀ। ਇਹ ਸਾਰੇ ਜਦੋਂ ਖੁਲਾਸੇ ਸੀ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਇਹਦੇ ਵਿੱਚ ਸਾਡੀ ਇਨਕੰਪੀਟੈਂਸ, ਸਾਡੀ ਆਪਣੀ ਅਣਗਹਿਲੀ ਤੇ ਦੂਸਰੀ ਲਾਪਰਵਾਹੀ ਤੇ ਸਾਡੀ ਹੀ ਸਾਰੀ ਜ਼ਿੰਮੇਵਾਰੀ ਆ। ਸੋ ਇਸ ਕਰਕੇ ਇਸ ਖਿਲਾਫ ਐਕਸ਼ਨ ਹੋਣਾ ਚਾਹੀਦਾ। ਇਹ ਤਾਂ ਸਤਪਾਲ ਮਲਿਕ ਨੇ ਕਹਿਤਾ, ਪਰ ਹੁਣ ਕਾਂਗਰਸ ਪਾਰਟੀ ਨੇ ਇਸ ਨੂੰ ਮੁੱਦਾ ਬਣਾ ਲਿਆ। ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਤਪਾਲ ਮਲਿਕ ਇਕੱਲੇ ਜੰਮੂ ਕਸ਼ਮੀਰ ਦੇ ਗਵਰਨਰ ਨਹੀਂ ਸੀ, ਉਹ ਗੋਆ ਦੇ, ਬਿਹਾਰ ਦੇ, ਮੇਘਾਲਿਆ ਦੇ ਔਰ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਉਹ ਲੀਡਰ ਨੇ। ਪਿਛਲੇ 2 ਦਹਾਕਿਆਂ ਤੋਂ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਨੇ। ਹਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਇਸ ਉੱਤੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ, ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੇ ਕੋਈ ਬੋਲਿਆ। ਔਰ ਇਹਦੇ ਵਿੱਚ ਚੀਜ਼ ਇੱਕ ਹੋਰ ਦੱਸਣਾ ਵਾਸੂ ਜੀ, ਸਤਪਾਲ ਮਲਿਕ ਨੇ ਇੱਥੋਂ ਤੱਕ ਕਿਹਾ ਸੀ ਕਿ ਜਿਸ ਦਿਨ ਇਹ ਘਟਨਾ ਵਾਪਰੀ ਆ ਉਸੇ ਦਿਨ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ ਸੀ। ਉਹ ਨੈਸ਼ਨਲ ਜਿਓਗ੍ਰਾਫਿਕ ਚੈਨਲ ਦੀ ਇੱਕ ਸ਼ੂਟ ਕਰ ਰਹੇ ਸੀ, ਉਹ ਜਿਮ ਕਾਰਬੇਟ ਪਾਰਕ ਆ ਉੱਥੇ ਸ਼ੂਟ ਕਰ ਰਹੇ ਸੀ। ਤੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਸਾਹਿਬ ਇਹ ਸਾਡੀ ਲਾਪਰਵਾਹੀ ਕਰਕੇ ਹੋਇਆ, ਇਹ ਸਾਡੀ ਨੈਗਲੀਜੈਂਸ ਕਰਕੇ ਹੋਇਆ, ਤੇ ਪ੍ਰਧਾਨ ਮੰਤਰੀ ਨੇ ਸਤਪਾਲ ਮਲਿਕ ਨੂੰ ਕਿਹਾ ਕਿ ਤੁਸੀਂ ਚੁੱਪ ਰਹੋ। ਇਹ ਗੱਲ ਵੀ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਹੀ ਆ। ਸੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਐਕਟਿਵ ਆ, ਉਹ ਚਾਹੁੰਦੇ ਆ ਕਿ ਇਸ ਉੱਤੇ ਇੱਕ ਵਾਈਟ ਪੇਪਰ ਜਾਰੀ ਕਰੇ ਔਰ ਸਰਕਾਰ ਇਸ ਤੇ ਬਿਆਨ ਜ਼ਰੂਰ ਦੇਵੇ। ਜੀ ਵਾਸੂ ਜੀ। ਮਨਪ੍ਰੀਤ ਜੀ, ਹਾਲ ਹੀ ਵਿੱਚ ਬਿਲਕਿਸ ਬਾਨੋ ਮਾਮਲੇ ਦੇ ਵਿੱਚ 11 ਮੁਜਰਮਾਂ ਨੂੰ ਗੁਜਰਾਤ ਸਰਕਾਰ ਨੇ ਜੇਲ੍ਹ ਚੋਂ ਰਿਹਾ ਕਰਤਾ। ਹੁਣ ਉਸ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਕੁਝ ਫਾਈਲਸ ਮੰਗੀਆਂ ਨੇ। ਬਿਲਕੁਲ, ਤੁਸੀਂ ਦੇਖੋ ਬਿਲਕਿਸ ਬਾਨੋ ਸਨ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਨੇ। ਬਿਲਕਿਸ ਬਾਨੋ ਦਾ ਪਰਿਵਾਰ ਜਿਹੜਾ ਉਹ ਮਾਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ। ਉਹਨਾਂ ਦੀ 3 ਸਾਲਾਂ ਦੀ ਬੱਚੀ ਸੀ, ਉਹਨਾਂ ਦੇ ਉਸ ਟਾਈਮ ਕੁੱਛੜ ਸੀ, ਉਹਨੂੰ ਖਿੱਚ ਕੇ ਉਹਨੂੰ ਵੀ ਮਾਰ ਦਿੱਤਾ ਜਾਂਦਾ। ਬਹੁਤ ਬੇਰਹਿਮੀ ਦੇ ਨਾਲ ਇਹ ਸਾਰਾ ਜਿਹੜਾ ਕਾਂਡ ਹੋਇਆ ਸੀ। ਇਸ ਮਾਮਲੇ ਦੇ ਵਿੱਚ ਇਹ ਵੀ ਤੁਸੀਂ ਯਾਦ ਕਰੋ ਕਿ 11 ਵਿਅਕਤੀਆਂ ਨੂੰ ਸਜ਼ਾ ਹੋਈ ਸੀ, ਉਹਨਾਂ ਨੂੰ ਉਮਰ ਕੈਦ ਹੋਈ ਸੀ ਔਰ ਉਮਰ ਕੈਦ ਉਹ ਭੁਗਤ ਰਹੇ ਸੀ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚ।
और लेकिन अचानक पिछले 15 अगस्त ਨੂੰ ਭਾਰਤ ਸਰਕਾਰ ਨੇ ਔਰ ਗੁਜਰਾਤ ਸਰਕਾਰ ਨੇ ਮਿਲ ਕੇ ਇੱਕ ਫੈਸਲਾ ਲਿਆ, ਉਹਨਾਂ ਨੂੰ ਪਹਿਲੇ ਛੱਡਣ ਦਾ ਫੈਸਲਾ ਕਰ ਲਿਆ। ਯਾਨੀ ਕਿ ਉਹਨਾਂ ਤੇ ਰਹਿਮ, ਜਿਵੇਂ ਮਰਸੀ ਪਟੀਸ਼ਨਸ ਫਾਈਲ ਹੁੰਦੀਆਂ ਨੇ, ਉਹਨਾਂ ਤੇ ਰਹਿਮ ਕੀਤਾ। ਇਸ ਚੀਜ਼ ਨੇ ਭਾਰਤ ਦੇ ਵਿੱਚ ਬਹੁਤ ਹੰਗਾਮਾ ਪੈਦਾ ਕੀਤਾ ਕਿ ਜਿਹੜੇ ਵਿਅਕਤੀ ਕਾਤਿਲ ਨੇ, ਜਿਹੜੇ ਵਿਅਕਤੀ ਰੇਪਿਸਟ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਰਹਿਮ ਦੇ ਆਧਾਰ ਤੇ ਪਹਿਲਾਂ ਛੱਡ ਸਕਦੇ ਹੋ। ਹੁਣ ਇਸ ਮਾਮਲੇ ਨੂੰ ਲੈ ਕੇ ਬਿਲਕਿਸ ਬਾਨੋ ਸੁਪਰੀਮ ਕੋਰਟ ਗਈ ਹੋਈ ਸੀ। ਬਿਲਕਿਸ ਬਾਨੋ ਦੀ ਇਸ ਕੇਸ ਉੱਤੇ ਕੱਲ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਨੇ ਔਰ ਡੀ.ਵਾਈ. ਚੰਦਰਚੂੜ ਜਿਹੜੇ ਚੀਫ ਜਸਟਿਸ ਨੇ ਭਾਰਤ ਦੇ, ਉਹਨਾਂ ਨੇ ਬਹੁਤ ਝਾੜ ਝੰਬ ਕੀਤੀ ਔਰ ਕਿਹਾ ਕਿ ਸਾਰੀਆਂ ਫਾਈਲਸ ਸਾਡੇ ਸਾਹਮਣੇ ਪੇਸ਼ ਕਰੋ। ਹਾਲਾਂਕਿ ਤੁਸ਼ਾਰ ਮਹਿਤਾ ਜਿਹੜੇ ਸੋਲਿਸਿਟਰ ਜਨਰਲ ਨੇ ਭਾਰਤ ਦੇ, ਉਹਨਾਂ ਨੇ ਥੋੜਾ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਥੋੜਾ ਦਬਾ ਦਿੱਤਾ ਜਾਵੇ, ਜਾਂ ਉਹਨਾਂ ਨੇ ਕਿਹਾ ਦੇਖੋ ਜੀ ਬੜੀਆਂ ਸੀਕ੍ਰੇਟ ਫਾਈਲਸ ਨੇ। ਤੇ ਚੀਫ ਜਸਟਿਸ ਨੇ ਕਿਹਾ ਕਿ ਇਹੋ ਜਿਹੀਆਂ ਕਿਹੜੀਆਂ ਸੀਕ੍ਰੇਟ ਫਾਈਲਸ ਨੇ ਜਿਹੜੀਆਂ ਤੁਸੀਂ ਸਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ। 10 ਬੰਦੇ 11 ਬੰਦੇ ਤੁਸੀਂ ਛੱਡਤੇ, ਉਹਨਾਂ ਨੂੰ ਤੁਸੀਂ ਲਗਾਤਾਰ ਪੈਰੋਲ ਤੇ ਰੱਖਿਆ ਔਰ ਅੱਜ ਤੁਹਾਡੇ ਕੋਲ ਫਾਈਲਸ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਨੇ ਸਮਾਂ ਦਿੱਤਾ ਕਿ ਜਲਦੀ ਤੋਂ ਜਲਦੀ ਫਾਈਲਸ ਪ੍ਰੋਡਿਊਸ ਕਰੋ ਔਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਸ ਮਾਮਲੇ ਦੀ ਦੁਬਾਰਾ ਜਾਂਚ ਹੋਏਗੀ ਔਰ ਤੁਸੀਂ 11 ਵਿਅਕਤੀ ਨੂੰ ਕਿਵੇਂ ਛੱਡਿਆ, ਇਸ ਬਾਰੇ ਵੀ ਸਾਨੂੰ ਦੱਸੋ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਸਾਰੇ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।